ਸੋ ਗੁੱਡ ਮਾਰਨਿੰਗ ਸਟੂਡੈਂਟਸ। ਗੁੱਡ ਮਾਰਨਿੰਗ ਸਰ। ਬੇਟੇ ਅੱਜ ਆਪਾਂ ਸੋਰਸਿਸ ਆਫ એનર્ਜੀ ਊਰਜਾ ਦੇ ਸੋਮੇ ਦੀ ਤਿਆਰੀ ਕਰ ਰਹੇ ਹਾਂ। ਤਾਂ ਕੁਝ ਕੁਐਸਚਨਸ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਤੋਂ ਜਿਹੜੇ ਆਪਾਂ ਕੀਤੇ ਆ ਉਹ ਡਿਸਕਸ ਕਰਾਂਗੇ। ਸੋ ਮੇਰਾ ਸਭ ਤੋਂ ਪਹਿਲਾ ਕੁਐਸਚਨ ਸਾਕਸ਼ੀ ਤੁਹਾਡੇ ਤੋਂ ਹੈ ਔਰ ਮੇਰਾ ਕੁਐਸਚਨ ਹੈ ਕਿ ਜਿਹੜਾ ਬਾਲਣ ਹੈ, ਬਾਲਣ ਦੇ ਕੈਲੋਰੀ ਮੁੱਲ ਤੋਂ ਤੁਸੀਂ ਕੀ ਸਮਝਦੇ ਹੋ? 1 ਗ੍ਰਾਮ ਬਾਲਣ ਤੇ ਜਿੰਨੀ ਤਾਪ ਊਰਜਾ ਪੈਦਾ ਹੁੰਦੀ ਹੈ ਉਹ ਉਸ ਦਾ ਕੈਲੋਰੀ ਮੁੱਲ ਹੁੰਦਾ ਹੈ। ਜਿਵੇਂ 1 ਗ੍ਰਾਮ ਪਾਥੀ ਬਾਲਣ ਤੇ 7 ਕਿਲੋ ਜੂਲ ਪੈਦਾ ਹੁੰਦੀ ਹੈ, ਉਹ ਉਸ ਦਾ ਕੈਲੋਰੀ ਮੁੱਲ ਹੁੰਦਾ ਹੈ। ਹਾਈਡਰੋਜਨ ਦਾ ਕੈਲੋਰੀ ਮੁੱਲ ਵੱਧ ਹੋਣ ਦੇ ਬਾਵਜੂਦ ਵੀ ਇਸ ਨੂੰ ਵਧੀਆ ਬਾਲਣ ਨਹੀਂ ਮੰਨਿਆ ਜਾਂਦਾ ਕਿਉਂਕਿ ਇਸ ਨੂੰ ਅਸੀਂ ਖੁੱਲਾ ਨਹੀਂ ਛੱਡ ਸਕਦੇ। ਇਹ ਅੱਗ ਨੂੰ ਆਪਣੇ ਵੱਲ ਛੇਤੀ ਅਟਰੈਕਟ ਕਰ ਲੈਂਦਾ ਹੈ। ਥੈਂਕ ਯੂ। ਵੈਰੀ ਗੁੱਡ। ਸੋ ਸੈਕਿੰਡ ਕੁਐਸਚਨ ਇਜ਼ ਫਰੋਮ ਯੂ ਗੁਰਲੀਨ। ਗੁਰਲੀਨ ਤੁਹਾਡਾ ਕੁਐਸਚਨ ਹੈ ਕਿ ਰਾਕਟ ਦੇ ਵਿੱਚ ਲਿਕੁਇਡ ਹਾਈਡਰੋਜਨ ਯੂਜ਼ ਹੁੰਦੀ ਹੈ, ਲੇਕਿਨ CNG ਬੈਟਰ ਹੈ ਜਾਂ ਲਿਕੁਇਡ ਹਾਈਡਰੋਜਨ ਔਰ ਕਿਉਂ? ਹਾਈਡਰੋਜਨ CNG ਦੀ ਤੁਲਨਾ ਵਿੱਚ ਵਧੇਰੇ ਸਾਫ਼ ਸੁਥਰਾ ਬਾਲਣ ਹੈ ਕਿਉਂਕਿ ਇਸ ਦਾ ਦਹਨ ਪੂਰਨ ਰੂਪ ਵਿੱਚ ਹੁੰਦਾ ਹੈ ਅਤੇ ਨਾ ਹੀ ਹਾਈਡਰੋਜਨ ਬਾਲਣ ਤੇ ਕੋਈ ਜ਼ਹਿਰੀਲੀ ਗੈਸ ਪੈਦਾ ਹੁੰਦੀ ਹੈ, ਜਦ ਕਿ CNG ਦੁਆਰਾ ਕਾਰਬਨ ਡਾਈਆਕਸਾਈਡ ਅਤੇ ਸਲਫਰ ਡਾਈਆਕਸਾਈਡ ਜਿਹੀਆਂ ਗ੍ਰੀਨ ਹਾਊਸ ਗੈਸਾਂ ਉਤਪੰਨ ਹੁੰਦੀਆਂ ਹਨ। ਥੈਂਕ ਯੂ। ਵੈਰੀ ਗੁੱਡ। ਤੁਹਾਡਾ ਕੁਐਸਚਨ ਹੈ ਕਿ ਸੂਰਜੀ ਕੁੱਕਰ ਤੁਸੀਂ ਦੇਖਿਆ ਸਾਰਿਆਂ ਨੇ, ਸੂਰਜੀ ਕੁੱਕਰ ਦੇ ਲਾਭ ਤਾਂ ਹੁੰਦੇ ਹੀ ਹੈ ਤੇ ਕੁਝ ਕਮੀਆਂ ਵੀ ਹੈ, ਉਹਦੇ ਬਾਰੇ ਕੁਝ ਡਿਸਕਸ ਕਰੋ। ਸੂਰਜੀ ਕੁੱਕਰ ਦੇ ਲਾਭ। ਇਸ ਵਿੱਚ ਮੁਫਤ ਊਰਜਾ ਵਰਤੀ ਜਾਂਦੀ ਹੈ। ਇਸ ਵਿੱਚ ਭੋਜਨ ਗਰਮ ਕਰਨ ਵਿੱਚ ਪੌਸ਼ਟਿਕ ਤੱਤ ਨਸ਼ਟ ਨਹੀਂ ਹੁੰਦੇ। ਇਹ ਪ੍ਰਦੂਸ਼ਣ ਰਹਿਤ ਹੈ। ਸੂਰਜੀ ਕੁੱਕਰ ਦੀਆਂ ਸੀਮਾਵਾਂ। ਇਹ ਰਾਤ ਸਮੇਂ ਜਾਂ ਬੱਲਾਂ ਦੇ ਦਿਨਾਂ ਵਿੱਚ ਕੰਮ ਨਹੀਂ ਕਰਦਾ। ਇਸ ਦੇ ਪਰਿਵਰਤਕ ਦਰਪਣ ਦੀ ਦਿਸ਼ਾ ਵਾਰ-ਵਾਰ ਸੂਰਜ ਵੱਲ ਕਰਨੀ ਪੈਂਦੀ ਹੈ। ਇਸ ਵਿੱਚ ਭੋਜਨ ਗਰਮ ਕਰਨ ਵਿੱਚ ਕਾਫੀ ਸਮਾਂ ਲੱਗਦਾ ਹੈ। ਬਹੁਤ ਬੜੀਆ, ਬਹੁਤ ਬੜੀਆ। ਸੋ ਅਮਨ ਤੁਹਾਡਾ ਕੁਐਸਚਨ ਹੈ ਕਿ ਜਿਹੜਾ ਪਥਰਾਟ ਬਾਲਣ ਹੈ ਤੇ ਜਿਹੜੀ એનર્ਜੀ ਸਨ ਤੋਂ ਮਿਲਦੀ ਹੈ, ਇਹਨਾਂ ਦੇ ਵਿੱਚ ਕੀ ਡਿਫਰੈਂਸ ਹੈ? ਪਥਰਾਟ ਬਾਲਣ ਇਹ ਨਵਿਆਉਣਯੋਗ ਸੋਮੇ ਹਨ। ਪਥਰਾਟ ਬਾਲਣ ਇਹ ਪ੍ਰਦੂਸ਼ਣ ਫੈਲਾਉਂਦਾ ਹੈ। ਸੂਰਜ ਇਹ ਪ੍ਰਦੂਸ਼ਣ ਰਹਿਤ ਹੈ। ਪਥਰਾਟ ਇਹ ਭਵਿੱਖ ਵਿੱਚ ਜਲਦੀ ਹੀ ਖਤਮ ਹੋ ਜਾਣਗੇ। ਸੂਰਜ ਇਹ ਨਾ ਮੁੱਕਣਯੋਗ ਹਨ। ਪਥਰਾਟ ਬਾਲਣ ਇਸ ਤੋਂ ਊਰਜਾ ਹਰ ਸਮੇਂ ਪ੍ਰਾਪਤ ਕੀਤੀ ਜਾ ਸਕਦੀ ਹੈ। ਸੂਰਜ ਇਸ ਤੋਂ ਊਰਜਾ ਰਾਤ ਵੇਲੇ ਪ੍ਰਾਪਤ ਨਹੀਂ ਕੀਤੀ ਜਾ ਸਕਦੀ। ਬਹੁਤ ਅੱਛੇ ਅਮਨ। ਸੋ ਗੁਰਮਨ ਤੁਹਾਡਾ ਕੁਐਸਚਨ ਹੈ ਕਿ ਆਪਾਂ ਊਰਜਾ ਦੀ ਖਪਤ ਨੂੰ ਘੱਟ ਕਰਨਾ ਚਾਹੁੰਦੇ ਹਾਂ ਕਿਉਂਕਿ ਇਹ ਬੜੀ ਵੱਡੀ ਸਮੱਸਿਆ ਹੈ ਕਿ ਊਰਜਾ ਦੀ ਕੰਜ਼ੰਪਸ਼ਨ ਬਹੁਤ ਜ਼ਿਆਦਾ ਹੁੰਦੀ ਹੈ। ਤਾਂ ਊਰਜਾ ਦੀ ਖਪਤ ਨੂੰ ਘੱਟ ਕਰਨ ਦੇ ਕਿਹੜੇ ਉਪਾਅ ਹੋ ਸਕਦੇ ਨੇ? ਪੇਂਡੂ ਖੇਤਰ ਵਿੱਚ ਗੋਬਰ ਗੈਸ ਪਲਾਂਟ ਦੀ ਵਰਤੋਂ ਕਰਨੀ ਚਾਹੀਦੀ ਹੈ। ਨਿੱਜੀ ਵਾਹਨਾਂ ਦੀ ਜਗ੍ਹਾ ਸਾਰਵਜਨਿਕ ਵਾਹਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਨੇੜੇ ਜਾਣ ਲਈ ਕਾਰ ਜਾਂ ਮੋਟਰਸਾਈਕਲ ਦੀ ਜਗ੍ਹਾ ਸਾਈਕਲ ਦੀ ਵਰਤੋਂ ਕਰਨੀ ਚਾਹੀਦੀ ਹੈ। ਸਿਰਫ ਜ਼ਰੂਰਤ ਵੇਲੇ ਹੀ ਲਾਈਟਾਂ, ਪੱਖੇ ਆਦਿ ਚਲਾਉਣੇ ਚਾਹੀਦੇ ਹਨ। ਘੱਟ ਬਿਜਲੀ ਦੀ ਖਪਤ ਵਾਲੇ ਬਿਜਲੀ ਯੰਤਰ ਵਰਤਣੇ ਚਾਹੀਦੇ ਹਨ। ਥੈਂਕ ਯੂ। ਵੈਰੀ ਗੁੱਡ। ਸੋ ਕਲੈਪ ਫॉर yourself. This was wonderful. So dear Harpreet, there is a question for you from sources of energy. What is a fossil fuel and what are the disadvantages of fossil fuels? The fossil fuels are made from decomposing plant and elements. It is found on the earth crust and containing carbon and hydrogen which can be burned for energy. Oil and natural gas are some example of fossil fuels. The disadvantages of fossil fuels like coal and petroleum, burning of fossil fuels produce air pollution. Burning of fossil fuels produce gases for responsible for acidic rain and greenhouse effect. They are no renewable source of energy. Very good, Thank you. Harpreet. My second question is from you, Taran. Taran, the question is, what is geothermal energy? Geothermal energy is the heat energy which present inside the earth in certain regions called hotspot. When underground water comes in the contact with the hotspot, the steam is generated. Generator steam routed through a pipe to a turbine and used to generate electricity. Very good. So what is the difference between renewable and non-renewable sources of energy? This is from you, Avneet.
Renewable sources of the energy. The sources of energy which can be regenerated are called renewable sources of the energy. For example, sun, water and wind. Non-renewable sources of the energy. These sources which can be once used will not be found in the future are called non-renewable sources of the energy. For example, coal, petroleum and natural gases. Okay. So what are the limitations of extracting energy from the wind? This is for you, Sukhman. The limitation of wind energy. Initial cost of wind energy is very high. For proper working of windmill is the wind speed is 15 km per hour, but this is not possible for whole year. There are limited places where windmill plant is set up. The large area is required to set up a windmill plant. Very good. And the last question is from you, Aman. My question is, which source of energy can be called a good source of energy? A good source of energy which have high calorific value, we should be easily store and transport, we should be easily available, we should be economical, and we should cause less environmental pollution. Thank you. Very good. So clap for yourself. Good revision has been done by you all. Great. Keep it up.